ਹੈਲੋ ਸਟੂਡੈਂਟ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ। ਉਮੀਦ ਕਰਦੇ ਹਾਂ ਬਿਲਕੁਲ ਸਹੀ ਹੋਣੇ। ਤੇ ਅੱਜ ਮੈਂ ਆਸ਼ੀਸ਼ ਤੁਹਾਡਾ ਇੱਕ ਵਾਰ ਫਿਰ ਤੋਂ ਗਿਆਨਮ ਦੇ ਡਿਜੀਟਲ ਪਲੇਟਫਾਰਮ ਤੇ ਸਵਾਗਤ ਕਰਦਾ, ਜਿੱਥੇ ਕਿ ਆਪਾਂ ਦੇਖੂਗੇ ਕਿ ਪੰਜਾਬ ਪਟਵਾਰੀ ਲਈ ਜਿਹੜੇ ਕਿ ਮੋਸਟ ਇੰਪੋਰਟੈਂਟ ਕੁਐਸਚਨ ਨੇ, ਜਿਹੜੇ ਕਿ ਸਾਡੇ ਪੇਪਰ ਦਾ ਪਾਰਟ ਬਣ ਸਕਦੇ ਨੇ, ਉਹਨਾਂ ਬਾਰੇ ਆਪਾਂ ਡਿਸਕਸ ਕਰੂੰਗੇ। ਤੇ ਅਕਸਰ ਇਹੋ ਜਿਹੇ ਹੀ ਕੁਐਸਚਨ ਤੁਹਾਡੇ ਪੇਪਰਾਂ 'ਚ ਪੁੱਛੇ ਜਾਂਦੇ ਨੇ। ਤਾਂ ਚਲਿਏ ਆਪਾਂ ਇੱਕ ਇੱਕ ਕਰਕੇ ਹਰ ਕੁਐਸਚਨ ਨੂੰ ਜਰਾ ਡਿਟੇਲ 'ਚ ਸਮਝੀਏ ਕਿ ਇਹਨਾਂ ਨੂੰ ਆਪਾਂ ਟੈਕਲ ਕਿੱਦਾਂ ਕਰਨਾ ਹੈਗਾ। ਚਲੋ ਜੀ, ਆ ਲਓ ਜੀ। ਸਭ ਤੋਂ ਪਹਿਲੇ ਜੇਕਰ ਆਪਾਂ ਫਰਸਟ ਕੁਐਸਚਨ ਦੀ ਗੱਲ ਕਰੀਏ ਤਾਂ ਫਰਸਟ ਕੁਐਸਚਨ ਤੁਹਾਡੇ ਕੋਲ ਹੈਗਾ, which of the following correctly lists ਕੰਪਿਊਟਰ ਮੈਮਰੀ ਟਾਈਪ ਆਫ ਹਾਈਐਸਟ ਟੂ ਲੋਐਸਟ ਸਪੀਡ। ਇਹਨਾਂ ਵਿੱਚ ਤੁਹਾਡੇ ਕੋਲ ਕਿਹੜੀ ਇਹੋ ਜੀ ਮੈਮਰੀ ਹੈਗੀ ਹੈ, ਕਿਹੜਾ ਸੀਕੁਐਂਸ ਹੈਗਾ ਜਿੱਥੇ ਤੁਹਾਡੇ ਕੋਲ ਸਪੀਡ ਹਾਈ ਟੂ ਲੋ ਹੈਗੀ ਹੈ। ਜੇ ਹਾਈਐਸਟ ਟੂ ਲੋਐਸਟ ਸਪੀਡ ਤੁਹਾਡੇ ਕੋਲ ਪੁੱਛੀ ਹੈਗੀ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਭ ਤੋਂ ਪਹਿਲੇ ਜਿਹੜੀ ਹੁੰਦੀ ਹੈ ਹਾਈਐਸਟ ਸਪੀਡ ਕਾਦੀ ਹੁੰਦੀ ਹੈ। ਤਾਂ ਸਭ ਤੋਂ ਪਹਿਲੇ ਏ ਆਪਸ਼ਨ ਦੀ ਆਪਾਂ ਜੇਕਰ ਗੱਲ ਕਰੀਏ, ਹੁਣ ਆਪਾਂ ਇਹ ਵੀ ਦੇਖਣਾ ਕਿ ਆਪਾਂ ਘੱਟ ਟਾਈਮ 'ਚ ਇਹਨਾਂ ਨੂੰ ਅਟੈਂਪਟ ਕਰਨਾ ਤੇ ਇਹਨਾਂ ਨੂੰ ਕੱਟਣਾ ਕਿੱਦਾਂ ਹੈਗਾ, ਉਹ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਦੇਖੋ, ਸਭ ਤੋਂ ਪਹਿਲੇ ਤੁਹਾਡੇ ਕੋਲ ਏ ਆਪਸ਼ਨ ਦੀ ਜੇਕਰ ਮੈਂ ਗੱਲ ਕਰਾਂ ਤਾਂ ਏ ਆਪਸ਼ਨ 'ਚ ਲਿਖਿਆ ਸੈਕੰਡਰੀ ਸਟੋਰੇਜ। ਸੈਕੰਡਰੀ ਵਰਡ ਦਾ ਮੀਨਿੰਗ ਹੀ ਆਪਣੇ ਆਪ 'ਚ ਹੁੰਦਾ ਅਲੱਗ, ਮਤਲਬ ਕੱਢੀ ਹੋਈ। ਜਿੱਦਾਂ ਕਿ CD DVD ਹੋ ਗਈ, ਤਾਂ CD DVD ਦੀ ਤੁਹਾਨੂੰ ਪਤਾ ਸਪੀਡ ਜਿਹੜੀ ਹੁੰਦੀ ਹੈ ਸਲੋ ਹੁੰਦੀ ਹੈ, ਆਪਣੇ ਆਪ 'ਚ ਕੈਂਸਲ ਹੋ ਗਿਆ। ਸੈਕਿੰਡ ਦੀ ਗੱਲ ਕਰਾਂ, ਤੁਹਾਨੂੰ ਪਤਾ ਜੀ CPU ਰਜਿਸਟਰ ਸਭ ਤੋਂ ਫਾਸਟੈਸਟ ਮੈਮਰੀ ਜਿਹੜੀ ਹੁੰਦੀ ਹੈ CPU ਰਜਿਸਟਰ ਦੀ, ਗੱਲ ਬਿਲਕੁਲ ਸਹੀ ਹੈ। ਉਸ ਤੋਂ ਬਾਅਦ ਹੁੰਦੀ ਹੈ ਕੈਸ਼ ਮੈਮਰੀ, ਬਿਲਕੁਲ ਸਹੀ ਹੈ। ਕੈਸ਼ ਤੋਂ ਬਾਅਦ ਤੁਹਾਡੇ ਕੋਲ ਸੈਕੰਡਰੀ ਨਹੀਂ ਆਊਗਾ, ਮੇਨ ਮੈਮਰੀ ਆਊਗਾ, ਔਰ ਇਹ ਸੈਕੰਡਰੀ ਵਰਡ ਲਿਖਿਆ ਇਸ ਕਰਕੇ ਇਹ ਵੀ ਕੈਂਸਲ ਹੋ ਗਿਆ। ਹਾਂ, ਸੈਕੰਡਰੀ ਦੀ ਬਜਾਏ ਰੈਮ ਆ ਜਾਂਦਾ, ਉਹ ਗੱਲ ਬਿਲਕੁਲ ਸਹੀ ਹੋਣੀ ਸੀਗੀ। ਤਾਂ ਸੀ ਆਪਸ਼ਨ ਜਿਹੜੀ ਹੈਗੀ ਆ ਉਹੀ ਹੈਗੀ ਹੈ। ਸਭ ਤੋਂ ਪਹਿਲੇ CPU ਰਜਿਸਟਰ ਜਿਹੜੇ ਹੁੰਦੇ ਨੇ ਫਾਸਟ ਹੁੰਦੇ ਨੇ, ਉਤੋਂ ਘੱਟ ਜਿਹੜੀ ਹੁੰਦੀ ਹੈ ਸਭ ਤੋਂ ਸੈਕਿੰਡ ਨੰਬਰ ਤੇ ਕੈਸ਼, ਉਸ ਤੋਂ ਬਾਅਦ ਮੇਨ ਮੈਮਰੀ, ਤੇ ਸਭ ਤੋਂ ਜਿਹੜੀ ਇਸ ਸੀਕੁਐਂਸ ਦੇ ਅਕੋਰਡਿੰਗਲੀ ਸਭ ਤੋਂ ਸਲੋ ਆਊਗੀ ਉਹ ਆਊਗੀ ਸੈਕੰਡਰੀ ਸਟੋਰੇਜ, ਜਿੱਦਾਂ ਕਿ CD DVD ਆ ਗਈ। ਠੀਕ ਹੈ, ਤਾਂ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਬਣੂਗਾ ਉਹ ਬਣੂਗਾ ਸੀ ਆਪਸ਼ਨ। ਤਾਂ ਇਹ ਹਾਈਐਸਟ ਟੂ ਲੋਐਸਟ ਸਪੀਡ ਜਿਹੜੀ ਤੁਹਾਡੇ ਕੋਲ ਹੈਗੀ ਹੈ ਡੇਟਾ ਨੂੰ ਜਿਹੜੀ ਪ੍ਰੋਵਾਈਡ ਕਰਾਉਣ ਦੀ ਹੈਗੀ ਹੈ। ਤਾਂ ਹੋਪਫੁਲੀ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਏਗੀ। ਨੈਕਸਟ ਕੁਐਸਚਨ ਦੀ ਜੇਕਰ ਆਪਾਂ ਗੱਲ ਕਰੀਏ, ਆਹ ਦੀ ਕੁਐਸਚਨ ਦੇਖੋ ਜੀ, which of the following is not a valid paragraph justification option in MS Word। ਤਾਂ ਗਾਈਸ, ਸਭ ਤੋਂ ਪਹਿਲੇ ਤੁਸੀਂ ਆ ਦੇਖੋ MS Word ਤੋਂ ਕੁਐਸਚਨ ਲਿੱਤਾ ਗਿਆ ਹੈਗਾ। ਹੁਣ ਇਸ ਕੁਐਸਚਨ 'ਚ ਇੱਕ ਬੜੀ ਕਾਮਨ ਗੱਲ ਕਹੀ ਹੈ ਕਿ ਇਹਨਾਂ ਵਿੱਚ ਕਿਹੜਾ ਵੈਲਿਡ ਜਸਟੀਫਿਕੇਸ਼ਨ ਨਹੀਂ ਹੈਗਾ। ਵੈਲਿਡ ਜਸਟੀਫਿਕੇਸ਼ਨ ਨਹੀਂ ਹੈਗਾ, ਇਹ ਨਹੀਂ ਪੁੱਛਿਆ ਕਿਹੜਾ ਹੈਗਾ, ਇਹ ਪੁੱਛ ਰਿਹਾ ਕਿਹੜਾ ਨਹੀਂ ਹੈਗਾ। ਦੇਖੋ ਗਾਈਜ਼, ਤੁਹਾਨੂੰ ਹੁਣ ਪਤਾ ਹੋਣਾ ਚਾਹੀਦਾ ਐਗਜ਼ਾਮੀਨਰ ਜਦ ਵੀ ਇਹੋ ਜਿਹੇ ਕੁਐਸਚਨ ਦਿੰਦਾ ਨਾ ਕਿ ਕਿਹੜੀ ਚੀਜ਼ ਨਹੀਂ ਹੈਗੀ ਹੈ, ਉਹ ਤੁਹਾਡੇ ਕੰਪਲੀਟ ਨੌਲੇਜ ਨੂੰ ਚੈੱਕ ਕਰ ਲੈਂਦਾ ਕਿ ਤੁਸੀਂ ਤੁੱਕਾ ਤਾਂ ਨਹੀਂ ਮਾਰ ਰਹੇ, ਤੁਹਾਨੂੰ ਐਕਚੁਅਲ 'ਚ ਪਤਾ ਹੈਗਾ ਕਿ ਨਹੀਂ। ਇਸ ਕੁਐਸਚਨ ਦਾ ਐਗਜ਼ੈਕਟ ਆਨਸਰ ਉਹੀ ਬੱਚਾ ਕਰ ਪਾਏਗਾ ਜਿਹਨੂੰ ਇਹ ਪਤਾ ਹੋਏਗਾ। ਤਾਂ ਜਸਟੀਫਿਕੇਸ਼ਨ ਦੀ ਗੱਲ ਕਰੀਏ, ਸਭ ਤੋਂ ਪਹਿਲੇ ਜਸਟੀਫਾਈ ਹੁੰਦਾ ਜੀ। ਜਸਟੀਫਾਈ ਦਾ ਮਤਲਬ ਹੁੰਦਾ, ਜਿੱਦਾਂ ਕਿ ਮੈਂ ਗੱਲ ਕਰਾਂ, ਆ ਜਿਹੜਾ ਇੱਕ ਪੇਜ ਹੈਗਾ ਤਾਂ ਉਹਦਾ ਬਰਾਬਰ ਪਾਰਟ 'ਚ ਸਾਰੀਆਂ ਚੀਜ਼ਾਂ ਜਿਹੜੀਆਂ ਹੋਣਗੀਆਂ ਉਹ ਹੋਣਗੀਆਂ। ਜਿਹੜਾ ਵੀ ਤੁਸੀਂ ਡੇਟਾ ਲਿਖਿਆ ਹੋਏਗਾ, ਲੈਫਟ ਸਾਈਡ ਵੀ ਇਕੁਅਲ ਸਪੇਸ, ਰਾਈਟ ਸਾਈਡ ਵੀ। ਤੇ ਲੈਫਟ ਮਾਰਜਨ ਦੀ ਜੇਕਰ ਮੈਂ ਗੱਲ ਕਰਾਂ, ਸਾਰਾ ਦਾ ਸਾਰਾ ਕੰਟੈਂਟ ਜਿਹੜਾ ਹੋਏਗਾ ਲੈਫਟ ਸਾਈਡ ਹੋਏਗਾ। ਤੇ ਰਾਈਟ ਦੀ ਜੇ ਮੈਂ ਗੱਲ ਕਰਾਂ ਤਾਂ ਸਾਰਾ ਦਾ ਸਾਰਾ ਕੰਟੈਂਟ ਜਿਹੜਾ ਹੈਗਾ ਰਾਈਟ ਸਾਈਡ ਨੂੰ ਹੋਏਗਾ। ਪਰ ਆ ਟੋਪ ਕੋਈ ਵੀ ਤੁਹਾਡੇ ਕੋਲ ਜਿਹੜੀ ਹੈਗੀ ਆ ਜਸਟੀਫਿਕੇਸ਼ਨ ਨਹੀਂ ਹੁੰਦਾ। ਤਾਂ ਇਸ ਕਰਕੇ ਤੁਹਾਡਾ ਇਸ ਕੁਐਸਚਨ ਦਾ ਜਿਹੜਾ ਆਨਸਰ ਬਣੇਗਾ ਉਹ ਸੈਕਿੰਡ ਆਪਸ਼ਨ ਬਣੇਗਾ। ਇਸ ਕੁਐਸਚਨ ਦਾ ਆਨਸਰ ਕੀ ਬਣੇਗਾ? ਸੈਕਿੰਡ ਆਪਸ਼ਨ ਬਣੇਗਾ ਕਿ ਕਿਸੇ ਵੀ ਪੇਜ ਨੂੰ ਜੇਕਰ ਆਪਾਂ ਸੈਟਿੰਗ ਕਰਦੇ ਆ ਤਾਂ ਜਸਟੀਫਾਈ ਕਰਦੇ ਆ। ਜਸਟੀਫਾਈ ਦਾ ਮਤਲਬ ਹੈਗਾ ਕਿ ਪੇਜ ਨੂੰ ਬਰਾਬਰ ਹਿੱਸਿਆਂ 'ਚ ਵੰਡਣਾ। ਲੈਫਟ ਸਾਈਡ ਵੀ ਉਤਨਾ ਹੀ ਛੱਡਣਾ, ਰਾਈਟ ਸਾਈਡ ਵੀ ਆਪਾਂ ਸਪੇਸ ਉਤਨਾ ਹੀ ਛੱਡਣਾ। ਲੈਫਟ ਵੀ ਸਾਡੇ ਕੋਲ ਅਰੇਂਜਮੈਂਟ ਹੁੰਦੀ ਹੈ, ਆਪਾਂ ਇੱਕ ਸਾਰੇ ਟੈਕਸਟ ਨੂੰ ਲੈਫਟ ਸਾਈਡ ਕਰ ਸਕਦੇ ਹਾਂ। ਰਾਈਟ ਅਰੇਂਜਮੈਂਟ ਵੀ ਹੁੰਦੀ ਹੈ, ਰਾਈਟ ਜਸਟੀਫਿਕੇਸ਼ਨ ਵੀ ਆਪਾਂ ਕਰ ਪਾਉਂਦੇ ਹਾਂ ਕਿ ਰਾਈਟ ਸਾਈਡ ਨੂੰ ਸਾਰਾ ਦਾ ਸਾਰਾ ਟੈਕਸਟ ਆਪਾਂ ਅਰੇਂਜ ਕਰਦੇ ਹਾਂ। ਤਾਂ ਟੋਪ ਦੀ ਸਾਡੇ ਕੋਲ ਕੋਈ ਵੀ ਵੈਲਿਡ ਜਸਟੀਫਿਕੇਸ਼ਨ ਨਹੀਂ ਹੈ, ਇਸ ਕਰਕੇ ਆਨਸਰ ਕੀ ਬਣੇਗਾ ਤੁਹਾਡਾ ਬੀ ਆਪਸ਼ਨ, ਸੈਕਿੰਡ ਆਪਸ਼ਨ ਟੋਪ। ਹੋਪਫੁਲੀ ਸਾਰਿਆਂ ਨੂੰ ਗੱਲਾਂ ਕਲੀਅਰ ਨੇ। ਆ ਲਓ ਜੀ, ਨੈਕਸਟ ਕੁਐਸਚਨ ਦੀ ਜੇਕਰ ਆਪਾਂ ਗੱਲ ਕਰੀਏ, which of the following file extension represent ready to run program file। ਹੁਣ ਇੱਕ ਗੱਲ ਦੇਖੋ, ਰੈਡੀ ਟੂ ਰਨ ਦਾ ਮਤਲਬ ਕੀ ਹੈਗਾ? ਹਰ ਕੋਈ ਬੱਚਾ ਅੱਜ ਦੀ ਡੇਟ ਵਿੱਚ ਮੋਬਾਈਲ ਫੋਨ ਚਲਾ ਰਿਹਾ ਤਾਂ ਉਹਦੇ ਵਿੱਚ ਤੁਸੀਂ ਜੇ ਗੱਲ ਕਰੀਏ
ਆਪਣਾ MS Word ਦੀ ਫਾਈਲਾਂ ਵੀ ਓਪਨ ਕਰਦੇ ਹੋ, ਜਾਂ ਤੁਸੀਂ ਲੈਪਟਾਪ ਦੀ ਗੱਲ ਕਰੀਏ ਤਾਂ ਉਹਦੇ 'ਚ ਵੀ ਤੁਸੀਂ ਸਾਰੀਆਂ ਫਾਈਲਾਂ ਓਪਨ ਕਰਦੇ ਹੋ। ਜ਼ਰੂਰੀ ਨਹੀਂ ਹੈਗਾ MS Word, ਕੋਈ ਵੀ ਫਾਈਲ ਤੁਸੀਂ ਉੱਥੇ ਓਪਨ ਕਰਦੇ ਹੋ। ਤਾਂ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਤੁਸੀਂ ਆਪਣੀ ਫਾਈਲਾਂ ਰੀਅਲ ਲਾਈਫ 'ਚ ਓਪਨ ਕਰਦੇ ਹੋ ਉਹ ਰੈਡੀ ਟੂ ਰਨ 'ਚ ਆਉਂਦੀਆਂ ਨੇ, ਜਿਹੜੀ ਕਿ ਇੱਕ ਕਾਮਨ ਚੀਜ਼ ਹੁੰਦੀ ਹੈ। ਤਾਂ ਇਹਨਾਂ ਵਿੱਚ ਉਹ ਕਾਮਨ ਚੀਜ਼ ਕਿਹੜੀ ਹੈਗੀ ਹੈ? .pdf, .text, .exe ਜਾਂ .doc। ਤਾਂ ਰੈਡੀ ਟੂ ਰਨ ਪ੍ਰੋਗਰਾਮ ਜਿਹੜੀ ਫਾਈਲ ਹੁੰਦੀ ਹੈ ਉਹ ਤੁਹਾਡੇ ਕੋਲ ਹੁੰਦੀ ਹੈ .exe, ਜਿਹਨੂੰ ਕਿ ਐਗਜ਼ੀਕਿਊਟੇਬਲ ਫਾਈਲ, ਜਿਹਨੂੰ ਕਿ ਐਗਜ਼ੀਕਿਊਟੇਬਲ ਫਾਈਲ ਦੇ ਨਾਂ ਤੋਂ ਵੀ ਆਪਾਂ ਜਾਣਦੇ ਦਾ ਫੁੱਲ ਫਾਰਮ ਹੁੰਦਾ ਹੈ ਐਗਜ਼ੀਕਿਊਟੇਬਲ ਫਾਈਲ। ਤੁਹਾਡੇ ਕੋਲ ਰੈਡੀ ਟੂ ਰਨ ਫਾਈਲ ਚ ਆਪਾਂ ਯੂਜ਼ ਕਰਦੇ ਨੇ, ਠੀਕ ਹੈ। ਦਾ ਕਰੈਕਟ ਆਨਸਰ ਜਿਹੜਾ ਬਣੂਗਾ ਉਹ ਬਣੂਗਾ .exe ਐਗਜ਼ੀਕਿਊਟੇਬਲ ਫਾਈਲ, ਠੀਕ ਹੈ। PDF ਦਾ ਫੁੱਲ ਫਾਰਮ ਪੋਰਟੇਬਲ ਹੁੰਦਾ ਹੈ, ਠੀਕ ਹੈ। DOC ਡੋਕ ਦਾ ਫੁੱਲ ਫਾਰਮ ਜਿਹੜਾ ਹੁੰਦਾ ਡਾਕੂਮੈਂਟ ਹੁੰਦਾ ਹੈ। ਹੋਪਫੁਲੀ ਇਨੀਆਂ ਗੱਲਾਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਨੇ। ਨੈਕਸਟ ਕੁਐਸਚਨ ਦੀ ਗੱਲ ਕਰਦੇ ਨੇ। ਨੈਕਸਟ ਕੁਐਸਚਨ ਵੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈਗਾ। ਜੌਨ ਵਾਂਟ ਟੂ ਪ੍ਰਿਪੇਅਰ ਅ ਕਾਮਨ ਇਨਵੀਟੇਸ਼ਨ ਲੈਟਰ ਫॉर ऑल ਹਿਸ ਫਰੈਂਡ। ਜੌਨ ਨੇ ਇੱਕ ਕਾਮਨ ਇਨਵੀਟੇਸ਼ਨ ਲੈਟਰ ਬਣਾਇਆ ਆਪਣੇ ਦੋਸਤਾਂ ਲਈ। which of the following MS Word feature should be used by John to do it effectively? ਠੀਕ ਹੈ ਕਿ ਇਹਨਾਂ ਵਿੱਚੋਂ ਕਿਹੜਾ ਫੀਚਰ ਜਿਹੜਾ ਹੈਗਾ ਯੂਜ਼ ਕਰਕੇ ਉਹਨਾਂ ਸਾਰਿਆਂ ਨੂੰ ਇੱਕੋ ਹੀ ਵਾਰੀ ਇਨਵਾਈਟ ਕਰ ਲੂਗਾ। ਤਾਂ ਕ੍ਰੋਸ ਰੈਫਰੈਂਸ, ਸਮਾਰਟ ਲੁੱਕਅਪ, ਮੇਲ ਮਰਜ ਐਂਡ ਬਾਇਓਗ੍ਰਾਫੀ। ਤਾਂ ਬਾਇਓਗ੍ਰਾਫੀ ਤਾਂ ਤੁਹਾਨੂੰ ਪਹਿਲੇ ਹੀ ਦਿਖ ਰਿਹਾ ਕਿ ਬਾਇਓਗ੍ਰਾਫੀ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੁੰਦਾ ਹੈ ਕਿ ਜਿਹਦੇ ਨਾਲ ਆਪਾਂ ਸੈਂਡ ਕਰਦੇ। ਬਾਇਓਗ੍ਰਾਫੀ ਤਾਂ ਲਿਖੀ ਜਾਂਦੀ ਹੈਗੀ ਹੈ। ਕ੍ਰੋਸ ਰੈਫਰੈਂਸ ਵੀ ਨਹੀਂ ਹੈਗਾ, ਸਮਾਰਟ ਲੁੱਕ ਵੀ ਨਹੀਂ ਹੈਗਾ। ਮੇਲ ਮਰਜ ਇੱਕ ਇਹੋ ਜਿਹੀ ਆਪਸ਼ਨ ਹੈਗੀ ਆ ਜਿਹਦੇ ਨਾਲ ਆਪਾਂ ਇੱਕ ਹੀ ਟਾਈਮ ਤੇ ਕਾਫੀ ਬੰਦਿਆਂ ਨੂੰ ਮੇਲਸ ਜੋ ਨੂੰ ਕੀ ਕਰ ਸਕਦੇ ਆ, ਸੈਂਡ ਕਰ ਪਾਉਂਗੇ। ਤਾਂ ਇਹਦਾ ਕਰੈਕਟ ਆਨਸਰ ਜਿਹੜਾ ਬਣੇਗਾ ਉਹ ਕੀ ਬਣੇਗਾ? ਮੇਲ ਮਰਜ ਬਣੇਗਾ। ਹੋਪਫੁਲੀ ਸਾਰਿਆਂ ਨੂੰ ਇਹ ਗੱਲ ਚੰਗੀ ਤਰੀਕੇ ਨਾਲ ਕਲੀਅਰ ਹੋਏਗੀ। ਆ ਲਓ ਜੀ ਨੈਕਸਟ ਕੁਐਸਚਨ। ਆ ਜਿਹੜਾ ਕੁਐਸਚਨ ਹੈਗਾ IT ਐਕਟ ਤੋਂ ਲਿੱਤਾ ਗਿਆ ਹੈਗਾ। ਆ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ ਕਿਉਂਕਿ ਇਸ ਟਾਈਪ ਦੇ ਕੁਐਸਚਨ ਵੀ ਤੁਹਾਡੇ ਪੇਪਰ 'ਚ ਪੁੱਛੇ ਜਾਣ ਦੇ ਬਥੇਰੇ ਚਾਂਸਸ ਨੇ। ਕਿਉਂ? ਕਿਉਂਕਿ ਇਹ ਤੁਹਾਡੇ ਪੇਪਰ ਦਾ ਜਿਹੜਾ ਸਿਲੇਬਸ ਆਊਟ ਹੋਇਆ ਉਹਦੇ ਅਕੋਰਡਿੰਗਲੀ ਹੀ ਇਹ ਦਿੱਤਾ ਗਿਆ ਹੈਗਾ ਕਿ IT ਐਕਟ ਹੈਗਾ। ਤਾਂ IT ਐਕਟ 'ਚ ਵੀ ਕੋਈ ਨਾ ਕੋਈ ਕੁਐਸਚਨ ਜ਼ਰੂਰ ਪੁੱਛਿਆ ਜਾ ਸਕਦਾ ਹੈਗਾ। How many sections are there in the original Indian IT Act 2000? ਧਿਆਨ ਦਿਓ, ਸਪੈਸੀਫਿਕਲੀ ਪੁੱਛ ਰਿਹਾ ਇੰਡੀਅਨ IT Act 2000। ਤਾਂ ਜਦ ਵੀ ਤੁਹਾਡੇ ਕੋਲ ਇਹ ਆਏਗਾ 72, 80, 94 ਜਾਂ ਫਿਰ 90 ਆਪਸ਼ਨ ਤੁਹਾਡੇ ਕੋਲ ਕੁਝ ਵੀ ਹੋਏਗਾ, ਤੁਸੀਂ ਸਿਰਫ ਆਨਸਰ ਕਰਨਾ ਹੈਗਾ 94। ਠੀਕ ਹੈ। ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਕਿ IT ਐਕਟ ਤੋਂ ਇੱਕ ਆਧਾ ਕੁਐਸਚਨ ਤੁਹਾਡੇ ਪੇਪਰ ਦਾ ਪਾਰਟ ਜ਼ਰੂਰ ਬਣੇਗਾ ਕਿਉਂਕਿ ਇਹ ਤੁਹਾਡਾ ਸਿਲੇਬਸ ਮੈਂਸ਼ਨ ਹੈਗੀਆਂ ਨੇ ਚੀਜ਼ਾਂ। ਆ ਲਓ ਜੀ, ਆ ਤੁਹਾਡੇ ਕੋਲ ਹੈਗਾ ਨੈਕਸਟ ਕੁਐਸਚਨ। ਨੈਕਸਟ ਕੁਐਸਚਨ ਚ ਕੀ ਹੈਗਾ? which of the following is not a type of cyber crime? ਸਾਈਬਰ ਕ੍ਰਾਈਮ ਤੋਂ ਵੀ ਕੁਐਸਚਨ ਜ਼ਰੂਰ ਬਣੇਗਾ ਕਿਉਂਕਿ ਇਹ ਵੀ ਇਸ ਵਾਰੀ ਉਸ ਬੰਦੇ ਨੇ ਸਾਡੇ ਕੋਲ ਜਿਹੜਾ ਐਗਜ਼ਾਮੀਨਰ ਹੈਗਾ ਉਹਨਾਂ ਨੇ ਇੰਟਰੋਡਿਊਸ ਕਰਾਈਆਂ ਨੇ। ਤਾਂ ਹੁਣ ਜੇਕਰ ਤੁਹਾਨੂੰ ਇਹ ਪਤਾ ਹੋਏਗਾ ਕਿ ਕਿਹੜੇ ਕਿਹੜੇ ਸਾਈਬਰ ਕ੍ਰਾਈਮ ਹੈਗੇ ਨੇ ਤਾਂ ਤੁਸੀਂ ਇਹ ਦੱਸ ਸਕਦੇ ਹੋ ਕਿ ਇਹਨਾਂ ਵਿੱਚ ਕਿਹੜਾ ਸਾਈਬਰ ਕ੍ਰਾਈਮ ਨਹੀਂ ਹੋਏਗਾ। ਤਾਂ ਅਕਸਰ ਬੱਚੇ ਨੂੰ ਉਰੇ ਫਸਾਇਆ ਜਾਂਦਾ ਹੈਗਾ ਕਿ ਬੱਚੇ ਦਾ ਕੰਪਲੀਟ ਨੌਲੇਜ ਚੈੱਕ ਕੀਤਾ ਜਾਂਦਾ। ਉਹ ਜਨਰਲ ਇੰਟੈਲੀਜੈਂਸ ਨਾਲ ਵੀ ਤੁਸੀਂ ਇਸ ਕੁਐਸਚਨ ਦਾ ਆਨਸਰ ਕੱਢ ਸਕਦੇ ਹੋ। ਦੇਖੋ ਸਭ ਤੋਂ ਪਹਿਲੇ ਕੀ ਹੈਗਾ? ਆਈਡੈਂਟੀਫਾਈ ਥੈਫਟ। ਆਈਡੈਂਟੀਫਾਈ ਥੈਫਟ ਦਾ ਮਤਲਬ ਕੀ ਹੈਗਾ? ਜਿਹੜਾ ਚੋਰੀ ਹੈਗਾ। ਤਾਂ ਉਹ ਤਾਂ ਤੁਹਾਡੇ ਕੋਲ ਕੀ ਹੋਇਆ? ਸਾਈਬਰ ਕ੍ਰਾਈਮ ਹੀ ਹੋਇਆ। ਠੀਕ ਹੈ, ਚੋਰੀ ਕਰਨਾ ਹੀ ਹੋਇਆ। ਤੀਜੀ ਆਪਸ਼ਨ ਦੀ ਗੱਲ ਕਰੀਏ ਹੈਕਿੰਗ। ਹੈਕਿੰਗ ਦਾ ਮਤਲਬ ਹੀ ਕੀ ਹੁੰਦਾ? ਸਾਈਬਰ ਅਟੈਕ ਕਰਨਾ, ਸਾਈਬਰ ਚੋਰੀ ਕਰਨਾ। ਸੌਫਟਵੇਅਰ ਪਾਇਰੇਸੀ। ਸੌਫਟਵੇਅਰ ਪਾਇਰੇਸੀ ਜਿੱਦਾਂ ਆਪਾਂ ਡੁਪਲੀਕੇਟ ਸੌਫਟਵੇਅਰ ਯੂਜ਼ ਕਰਦੇ ਨੇ, ਡੁਪਲੀਕੇਟ ਕੋਈ ਵੀ ਚੀਜ਼ ਯੂਜ਼ ਕਰ ਰਹੇ ਨੇ, ਉਹ ਕੀ ਹੈਗਾ? ਸੌਫਟਵੇਅਰ ਪਾਇਰੇਸੀ ਹੈਗਾ, ਉਹ ਵੀ ਸਾਈਬਰ ਕ੍ਰਾਈਮ ਹੈਗਾ। ਬਟ ਇੰਸਟਾਲਿੰਗ ਐਂਟੀਵਾਇਰਸ ਸੌਫਟਵੇਅਰ ਇਜ਼ ਨੋਟ ਐਨ ਸਾਈਬਰ ਕ੍ਰਾਈਮ। ਤਾਂ ਕਈ ਵਾਰੀ ਕੁਐਸਚਨ ਤੁਹਾਡੇ ਕੋਲ ਕੁਝ ਇਹੋ ਜਿਹਾ ਵੀ ਆ ਜਾਏਗਾ, ਜੇਕਰ ਤੁਹਾਨੂੰ ਨਹੀਂ ਵੀ ਆਉਂਦਾ ਤੁਸੀਂ ਆਪਣੀ ਜਰਨਲ ਇੰਟੈਲੀਜੈਂਸ ਨਾਲ ਵੀ ਉਸ ਟਾਈਪ ਦੇ ਕੁਐਸਚਨ ਨੂੰ ਅਟੈਂਪਟ ਕਰ ਪਾਉਂਗੇ ਕਿਉਂਕਿ ਇਹ ਐਗਜ਼ਾਮੀਨਰ ਨੂੰ ਵੀ ਪਤਾ ਹੈ ਕਿ ਸਾਰੇ ਦੇ ਸਾਰੇ ਸਟੂਡੈਂਟ ਜਿਹੜੇ ਨੇ ਕੰਪਿਊਟਰ ਬੈਕਗ੍ਰਾਉਂਡ ਤੇ ਨਹੀਂ ਨੇ। ਉਹ ਪੇਪਰ ਜਿਹੜਾ ਹੈਗਾ ਬੈਲੈਂਸ ਲੈ ਕੇ ਚੱਲੇਗਾ। ਠੀਕ ਹੈ। ਤਾਂ ਇਹ ਨਹੀਂ ਸੋਚਣਾ ਕਿ ਬਹੁਤ ਹੀ ਔਖਾ ਆਏਗਾ। ਪੇਪਰ ਇੱਕ ਬੈਲੈਂਸ ਲੈਵਲ ਦਾ ਆਏਗਾ। ਪੇਪਰ ਇੱਕ ਬੈਲੈਂਸ ਹੋਣਾ ਹੈਗਾ ਤੁਹਾਡੇ ਕੋਲ। ਠੀਕ ਹੈ। ਹੋਪਫੁਲੀ ਇਹ ਗੱਲ ਤੁਹਾਨੂੰ ਕਲੀਅਰ ਹੋਈ ਹੋਣੀ ਹੈ ਜੀ। ਨੈਕਸਟ ਕੁਐਸਚਨ ਦੀ ਗੱਲ ਕਰਦੇ ਨੇ। ਹੁਣੇ ਦੇਖੋ ਕੁਐਸਚਨ ਜਿਹੜਾ ਹੈਗਾ
ਤੁਹਾਡੇ ਇੱਕ ਰੀਅਲ ਲਾਈਫ ਤੋਂ ਲਿੱਤਾ ਗਿਆ ਹੈਗਾ, ਕਿਉਂਕਿ ਤੁਸੀਂ ਹਰ ਕੋਈ ਅੱਜ ਦੀ ਡੇਟ ਵਿੱਚ ਕੰਪਿਊਟਰ ਚਲਾ ਰਹੇ ਹੋ, ਮੋਬਾਈਲ ਫੋਨ ਚਲਾ ਰਹੇ ਹੋ, ਤਾਂ ਕਿਤੇ ਨਾ ਕਿਤੇ ਤੁਹਾਨੂੰ ਸਾਰਿਆਂ ਨੂੰ ਆਈਡੀਆ ਹੈਗਾ ਕਿ ਇਹ ਪੁੱਛ ਕੀ ਰਿਹਾ। ਆ ਦੇਖੋ, in a laptop used for normal office related work typically RAM size is likely to be। ਜੇਕਰ ਆਪਾਂ ਆਪਣੇ ਆਫਿਸ ਵਾਸਤੇ ਇੱਕ ਲੈਪਟਾਪ ਲੈਂਦੇ ਨੇ, ਕੰਪਿਊਟਰ ਲੈਂਦੇ ਨੇ, ਤਾਂ ਉਹਦੇ ਵਾਸਤੇ ਸਾਡੇ ਕੋਲ ਜਿਹੜੀ RAM ਹੈ ਉਹ ਕਿੰਨੀ ਚਾਹੀਦੀ ਹੈ। ਸਭ ਤੋਂ ਪਹਿਲੇ 128 GB। ਦੇਖੋ 128 GB ਨਾਲ ਕੰਮ ਤਾਂ ਹੋ ਜਾਏਗਾ, ਪਰ ਕਿਆ ਆਫਿਸ ਨੋਰਮਲ ਯੂਜ਼ ਵਾਸਤੇ ਇੰਨੀ ਲੋੜ ਹੈਗੀ ਹੈ। ਅਗਲਾ ਆਪਸ਼ਨ ਹੈਗਾ 8 GB। 8 GB ਵੀ ਬਹੁਤ ਜ਼ਿਆਦਾ ਹੁੰਦੀ ਹੈ, ਨੋ ਡਾਊਟ ਯੂਜ਼ ਹੋ ਜਾਏਗਾ। ਪਰ ਤੀਜੀ ਆਪਸ਼ਨ ਦੇਖੋ 512 KB ਨਾਲ ਤਾਂ ਕੋਈ ਫਰਕ ਨਹੀਂ ਪਏਗਾ। 256 MB ਇਹ ਵੀ ਤੁਹਾਡੀ ਨਹੀਂ ਚੱਲੇਗੀ। ਹੁਣ ਤੁਹਾਨੂੰ ਪਤਾ ਹੈ ਕਿ 128 GB ਜਾਂ ਫਿਰ 8 GB, ਇਹਨਾਂ ਦੋਹਾਂ ਵਿੱਚ ਕੋਈ ਇੱਕ ਆਨਸਰ ਤੁਹਾਨੂੰ ਕਰਨਾ ਪਏਗਾ। ਦੇਖੋ 128 GB ਆਨਸਰ ਗਲਤ ਨਹੀਂ ਹੈ, ਪਰ ਆਪਾਂ ਦੇ ਨਹੀਂ ਸਕਦੇ। ਕਿਉਂ? ਕਿਉਂਕਿ 128 GB ਬਹੁਤ ਹੀ ਜ਼ਿਆਦਾ ਹੋ ਜਾਏਗਾ। ਤਾਂ ਇਹਦਾ ਜਿਹੜਾ ਐਕਚੁਅਲ ਆਨਸਰ ਬਣੇਗਾ, ਕਿਉਂਕਿ ਅਕੋਰਡਿੰਗ ਟੂ ਕੁਐਸਚਨ ਨੋਰਮਲ ਆਫਿਸ ਰਿਲੇਟਡ ਵਰਕ ਵਾਸਤੇ ਸਾਡੇ ਕੋਲ 8 GB ਬਹੁਤ ਬੜੀਆ ਇੱਕ RAM ਮੰਨੀ ਜਾਊਗੀ। ਠੀਕ ਹੈ, ਤਾਂ ਇਸ ਕੁਐਸਚਨ ਦੇ ਅਕੋਰਡਿੰਗਲੀ ਇਹਦਾ ਆਨਸਰ 8 GB ਬਣੇਗਾ। ਇਸ ਕੁਐਸਚਨ ਦੇ ਅਕੋਰਡਿੰਗਲੀ ਇਹਦਾ ਆਨਸਰ 8 GB ਜਿਹੜਾ ਹੈਗਾ ਬਣਨਾ ਹੈਗਾ। ਹੋਪਫੁਲੀ ਸਾਰਿਆਂ ਨੂੰ ਉਰੇ ਤੱਕ ਕਲੀਅਰ ਹੋਇਆ ਹੋਏਗਾ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਹੁਣ। ਡਿਜੀਟਲ ਸਿਗਨੇਚਰ ਅੱਜ ਦੀ ਡੇਟ ਵਿੱਚ ਹਰ ਕੋਈ ਬੱਚਾ ਡਿਜੀਟਲ ਸਿਗਨੇਚਰ ਕਰ ਹੀ ਰਿਹਾ, ਤਾਂ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਇਜ਼ ਅ ਪਬਲਿਕ ਕੀ ਸਿਸਟਮ। ਅ ਪਬਲਿਕ ਕੀ ਤਾਂ ਨਹੀਂ ਹੈਗਾ ਜੀ। ਇਜ਼ ਸੇਮ ਐਜ਼ ਦਾ ਈਮੇਲ ਆਈਡੀ ਆਫ ਅ ਮੈਸੇਜ ਸੈਂਡਰ, ਜਿਹੜਾ ਕਿ ਤੁਹਾਡੇ ਥੱਲੇ ਲਿਖਿਆ ਹੁੰਦਾ ਹੈ, ਜਿੱਦਾਂ ਕਿ ਆਪਾਂ ਕਿਸੇ ਨੂੰ ਮੇਲ ਕਰਦੇ, ਉਹ ਉਸ ਤਰੀਕੇ ਦਾ ਨਹੀਂ ਹੁੰਦਾ ਡਿਜੀਟਲ ਸਿਗਨੇਚਰ। ਇਜ਼ ਅ ਸਕੈਨਡ ਸਿਗਨੇਚਰ, ਨਾ ਜੀ ਨਾ, ਉਹ ਵੀ ਨਹੀਂ ਹੁੰਦੇ ਨੇ। ਕੈਨ ਬੀ ਯੂਜ਼ਡ ਦੀ ਆਥੈਂਟੀਕੇਟ ਐਂਡ ਇਲੈਕਟ੍ਰੋਨਿਕ ਰਿਕਾਰਡ, ਬਿਲਕੁਲ ਜੀ ਆਪਾਂ ਇਹਦਾ ਯੂਜ਼ ਕਰਦੇ ਨੇ ਐਜ਼ ਐਨ ਆਥੈਂਟਿਸਿਟੀ ਔਰ ਇਲੈਕਟ੍ਰੋਨਿਕ ਰਿਕਾਰਡ ਵਾਸਤੇ। ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਬਣੇਗਾ 4th ਆਪਸ਼ਨ ਬਣੇਗਾ। ਤਾਂ ਇਹ ਛੋਟੀ ਛੋਟੀ ਗੱਲਾਂ ਜਿਹੜੀਆਂ ਹੁੰਦੀਆਂ ਨੇ ਆਪਣੇ ਡੇ ਟੂ ਡੇ ਲਾਈਫ 'ਚ ਆਪਾਂ ਯੂਜ਼ ਕਰਦੇ ਨੇ, ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦੀਆਂ ਨੇ। ਤਾਂ ਇਹੋ ਜਿਹੀ ਹੀ ਤੁਹਾਡੇ ਕੋਲ ਪੇਪਰ ਦਾ ਪਾਰਟ ਅਕਸਰ ਬਣਨਗੀਆਂ ਚੀਜ਼ਾਂ। ਆ ਲਓ ਜੀ ਨੈਕਸਟ ਕੁਐਸਚਨ ਦੀ ਗੱਲ ਕਰੀਏ। ਵਾਟ ਇਜ਼ ਦੀ ਆਊਟਪੁੱਟ ਆਫ ਦਾ ਫੋਲੋਇੰਗ MS ਐਕਸਲ ਫਾਰਮੂਲਾ। ਹੁਣ ਤੁਹਾਡੇ ਕੋਲ ਇੱਕ MS ਐਕਸਲ ਤੋਂ ਕੁਐਸਚਨ ਆ ਗਿਆ ਕਿ ਇਸ ਫਾਰਮੂਲੇ ਨੂੰ ਸੋਲਵ ਕਰਕੇ ਦੱਸੋ ਗਾਈਜ਼ ਕੀ ਆਨਸਰ ਬਣੇਗਾ। ਤਾਂ ਇਜ਼ ਇਕੁਅਲ ਟੂ ABS ਬ੍ਰੈਕਟ ਸਟਾਰਟ 4 ਕੈਰਟ, ਇਹ ਜਿਹੜਾ ਸਿੰਬਲ ਹੁੰਦਾ ਕੈਰਟ, ਇਹਨੂੰ ਕਹਿੰਦੇ ਨੇ ਆਪਾਂ 1 ਕੈਰਟ 2, ਮਤਲਬ ਇਹਦਾ ਮਤਲਬ ਹੁੰਦਾ ਸਕੁਅਰ। ਜੇਕਰ ਮੈਂ ਗੱਲ ਕਰਾਂ 4 ਦਾ ਸਕੁਅਰ 1, ਠੀਕ ਹੈ, ਆ ਇਹਦੀ ਪਾਵਰ ਹੁੰਦੀ ਹੈ, ਸਕੁਅਰ ਨਹੀਂ ਸੌਰੀ ਪਾਵਰ, ਆਪਾਂ ਇਹਨੂੰ ਕਹਿੰਦੇ ਨੇ 4 ਦੀ ਪਾਵਰ 1 4। ਹੁਣ 4 ਦੀ ਪਾਵਰ 2, ਤਾਂ 4 ਦੀ ਪਾਵਰ 2 ਕਿੰਨਾ ਬਣ ਜਾਊਗਾ 16 ਮਾਈਨਸ 256। 256 ਤੁਹਾਡੇ ਕੋਲ ਬਣ ਜਾਏਗਾ। ਤੇ ਉਰੇ ਜੇਕਰ ਤੁਸੀਂ ਆਨਸਰ ਕਰੋਗੇ, ਤੁਹਾਡੇ ਕੋਲ ਆਨਸਰ ਜਿਹੜਾ ਹੈਗਾ ਬ੍ਰੈਕਟ 'ਚ ਹੈਗਾ, ਤਾਂ ਉਰੇ ਤੁਸੀਂ ਆਨਸਰ ਕਰੋਗੇ ਤਾਂ ਤੁਹਾਡੇ ਕੋਲ ਕਿੰਨਾ ਆਏਗਾ 240 ਤੁਹਾਡਾ ਜਿਹੜਾ ਹੈਗਾ ਆਨਸਰ ਆਊਗਾ। 240 ਤੁਹਾਡਾ ਜਿਹੜਾ ਹੈਗਾ ਆਨਸਰ ਆਊਗਾ। ਠੀਕ ਹੈ, ਕਿਉਂਕਿ ਜਦ ਵੀ ਤੁਸੀਂ ਇਹੋ ਜਿਹੇ ਕੋਈ ਫਾਰਮੂਲਾ ਲਾਉਂਦੇ ਹੋ ਤਾਂ ਉਰੇ ਜਿਹੜਾ ਹੈਗਾ ਤੁਹਾਡਾ ਆਨਸਰ C ਆਪਸ਼ਨ ਆਊਗਾ 240। ਆਨਸਰ ਕੀ ਆਊਗਾ 240 ਤੁਹਾਡਾ ਆਨਸਰ ਆਊਗਾ। ਹੋਪਫੁਲੀ ਸਾਰਿਆਂ ਨੂੰ ਉਰੇ ਤੱਕ ਜਿਹੜੀ ਹੈਗੀ ਹੈ ਗੱਲ ਕਲੀਅਰ ਹੈ। ਨੈਕਸਟ ਜੇਕਰ ਆਪਾਂ ਗੱਲ ਕਰੀਏ which of the following command of the insert menu in MS PowerPoint 2016 can be used quickly add a picture of any window that is open on your desktop to your presentation। ਆ ਦੇਖੋ ਤੁਹਾਡੇ ਕੋਲ ਜਿਹੜਾ ਹੈ 2016 ਬਾਰੇ MS PowerPoint ਦੀ ਗੱਲ ਕੀਤੀ ਗਈ ਹੈਗੀ ਹੈ, ਤਾਂ ਇਹਨਾਂ ਵਿੱਚ ਕਿਹੜਾ ਤੁਸੀਂ ਫੀਚਰ ਉਹ ਯੂਜ਼ ਕਰਦੇ ਹੋ, ਪਿਕਚਰ ਦਾ, ਸਕਰੀਨਸ਼ਾਟ ਦਾ, ਆਨਲਾਈਨ ਪਿਕਚਰ ਦਾ ਜਾਂ ਫੋਟੋ ਐਲਬਮ ਦਾ। ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਤੁਹਾਡੇ ਕੋਲ 16 ਜਿਹੜਾ ਫੀਚਰ ਹੈਗਾ ਉਹ ਹੈਗਾ ਸਕਰੀਨਸ਼ਾਟ। ਉਹ ਤੁਹਾਡੇ ਕੋਲ ਹੈਗਾ ਸਕਰੀਨਸ਼ਾਟ। ਠੀਕ ਹੈ, ਫੀਚਰ ਕਿਹੜਾ ਹੈਗਾ ਤੁਹਾਡੇ ਕੋਲ ਸਕਰੀਨਸ਼ਾਟ ਜਿਹੜਾ ਹੈਗਾ ਤੁਸੀਂ ਉਹਦੇ ਵਿੱਚ ਯੂਜ਼। ਹੋਪਫੁਲੀ ਸਾਰਿਆਂ ਨੂੰ ਗੱਲ ਕਲੀਅਰ ਹੈ। ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰਦੇ ਨੇ। ਆ ਲਓ ਜੀ ਨੈਕਸਟ ਕੁਐਸਚਨ ਤੁਹਾਡੇ ਸਕਰੀਨ ਤੇ। ਇਸ ਕੁਐਸਚਨ ਦਾ ਮੀਨਿੰਗ ਤੁਹਾਨੂੰ ਪਤਾ ਹੋਣਾ ਚਾਹੀਦਾ। ਇੱਕ ਬੇਸਿਕ ਕੁਐਸਚਨ ਹੈਗਾ, ਅਕਸਰ ਬੱਚਾ ਗਲਤੀ ਕਰੇਗਾ। which of the following correctly describe the versatility of a computer। ਇਹਨਾਂ ਵਿੱਚ ਕਿਹੜਾ ਜਿਹੜਾ ਹੈਗਾ ਬਿਲਕੁਲ ਸਹੀ versatile word ਨੂੰ ਡਿਫਾਈਨ ਕਰ ਰਿਹਾ। able to work for hour without any tiredness or boredness। ਠੀਕ ਹੈ,
मतलब बोर होए भी ना, थके भी ना, तुसी जिहड़ा हैगा कंप्यूटर ते काम कर सकते हो। तो ये वर्सटाइलिटी का मीनिंग नहीं होंदा। नो डाउट कंप्यूटर कर सकता, बट वर्सटाइलिटी का मीनिंग नहीं होंदा। वर्सटाइलिटी का मीनिंग जिहड़ा हुंदा वो की हुंदा, एबल टू परफॉर्म टोटली डिफरेंट टास्क। जिहड़ा वर्सटाइलिटी का मतलब हुंदा है, एक्चुअल जिस वर्सेटाइल मीनिंग का मीनिंग ही ये हुंदा है कि एबल टू परफॉर्म टोटली डिफरेंट टास्क जिहड़ा हैगा इस वर्सेटाइल का मीनिंग हैगा। नो डाउट एबल टू स्टोर लार्ज अमाउंट ऑफ डाटा वो कंप्यूटर कर सकता हैगा। एबल टू एग्जीक्यूट मिलियन इंस्ट्रक्शन पर सेकंड ये भी हैगा, बिल्कुल सही। बट एग्जामिनर ने स्पेसिफिकली पूछा वर्सेटाइलिटी का मीनिंग की हैगा। वर्सेटाइलिटी मीनिंग तुहाडे कोल की हैगा। जे आपां वर्सेटाइल वर्ड की गल करिए गाइस, वर्सेटाइल का मीनिंग तुहाडे कोल की हैगा, एबल टू परफॉर्म टोटली डिफरेंट टास्क जिहड़ा हैगा दा एग्जैक्ट आंसर बनेगा, क्योंकि दी डेफिनेशन ही ये हुंदी है। इस करके गलती ना करियो, यही तुहानूं बचना पएगा। चलो जी अगला क्वेश्चन। नैक्सट क्वेश्चन की गल करते हैं, विच ऑफ द फॉलोइंग इज नॉट अ स्लाइड शो ऑप्शन इन MS पावरपॉइंट 2016। इन्हां विच किहड़ा 2016 विच ये ऑप्शन नहीं हैगा। हुण देखो तुसीं कहना सर हर बारी इहो दे क्वेश्चन आते हैं, क्योंकि यही साडे पेपर का अक्सर पार्ट बनते हैं। तो करंट स्लाइड बिल्कुल जी हुंदा है, फ्रॉम बिगनिंग स्लाइड बिल्कुल जी हुंदा है, रिकॉर्ड स्लाइड शो बिल्कुल ये भी हुंदा है, पर इंसर्ट स्लाइड तुहाडे कोल 2016 विच नहीं हैगा। ठीक है, इंसर्ट स्लाइड जड़ा इस 2016 में तुहाडे कोल नहीं हैगा, ये याद रखियो। स्पेसिफिकली 2016 बारे पूछा, फ्रॉम करंट स्लाइड। ठीक है, हुण इस क्वेश्चन का मीनिंग भी तुसीं एक बार फिर तो देख लो, विच ऑफ द फॉलोइंग इज नॉट अ स्लाइड शो ऑप्शन। स्लाइड शो बारे गल कर रहा है, एक जड़ी हैगी है स्लाइड शो बारे गल कर रहा है, स्लाइड शो ऑप्शन की गल कर रहा है इन MS पावरपॉइंट 2016। जब तुसी स्लाइड शो चला दिंदे हो, जब तुसी किसी भी स्लाइड शो चलाते हो तो करंट स्लाइड तो भी चलाते हो, बिगनिंग तो भी चलाते हो, तो रिकॉर्ड का भी ऑप्शन होती है, उत्थे इंसर्ट करने का ऑप्शन नहीं होता। ठीक है, जब स्लाइड शो साडा चल रहा होंदा उत्थे इंसर्ट करने का ऑप्शन नहीं होता। इस करके बच्चे कई बार भी कहते सर इंसर्ट का स्लाइड होंदा, बिल्कुल होंदा है, बट इस क्वेश्चन का मीनिंग भी आपां देखना कि की क्या स्लाइड शो ऑप्शन इन MS पावरपॉइंट। जब स्लाइड शो चल रहा होंदा तां की तुहाडे कोल आएगा, उहदे अकॉर्डिंगली तुहानूं आंसर थोड़ा सोच के करना पएगा, इधर तुक्का नहीं मारना तुसीं। ठीक है, आ देख लो कि इहदे विच लिखिया हैगा। नेक्स्ट क्वेश्चन की गल करिए, विच ऑफ द फाइल which of the following file extension represent compressed file। हुण तुसीं एक बड़ी फाइल नूं कंप्रेस कर दिंदे हो, उहदी एक्सटेंशन की हैगी है डॉट ZIP zip RTF EXT या PDF। ਤਾਂ ਉਹਦਾ ਜਿਹੜਾ ਇੱਕ ਹੈਵੀ ਫਾਈਲ ਨੂੰ ਕੰਪਰੈਸ ਕਰ ਦਿੰਦੇ ਨੇ, ਉਹ ਕੀ ਹੁੰਦਾ ਹੈ, ਜਿਪ ਫਾਈਲ ਹੁੰਦੀ ਹੈ। ਉਹ ਕੀ ਹੁੰਦੀ ਹੈ, ਜਿਪ ਫਾਈਲ ਹੁੰਦੀ ਹੈ, ਜਿਹਨੂੰ ਕਿ ਆਪਾਂ ਸੈਂਡ ਕਰਦੇ ਨੇ। ਤੇ ਤੁਹਾਡੇ ਲਈ ਸਟੇਟ ਫਾਰਵਰਡ ਕੁਐਸਚਨ ਹੈ ਕਿ ਜਿਪ ਫਾਈਲ, ਇਹਦਾ ਜਿਹੜਾ ਆਨਸਰ ਬਣੇਗਾ ਜਿਪ ਫਾਈਲ ਤੁਹਾਡਾ ਆਨਸਰ ਬਣੇਗਾ। RTF ਦਾ ਹੁੰਦਾ ਹੈ ਫੁੱਲ ਫਾਰਮ ਰਿਚ ਟੈਕਸਟ ਫਾਰਮੈਟ, ਰਿਚ ਟੈਕਸਟ ਫਾਰਮੈਟ। ठीक है, रिच टैक्सट फॉर्मेट इसका आंसर जोड़ा है बनेगा। तुसीं सुन लो, रिच टैक्सट फॉर्मेट होएगा एग्जीक्यूटिबल फाइल पोर्टेबल डॉक्यूमेंट फॉर्मेट जोड़ा है इसका तुहाडा आंसर बनेगा। ये डायरैक्ट तुहाडे कोल पेपर च पूछे जाते हैं। हाँ जी, जेकर आप गल करिए इस क्वेश्चन की, अ लैपटॉप यूज्ड फॉर नॉर्मल ऑफिस वर्क इज लाइकली टू हैव अ टिपिकल डैश कैपेसिटी ऑफ 8 GB। जेकर आप गल करिए सब तो पहले हैगी हार्ड डिस्क। नो डाउट हार्ड डिस्क 8 GB तुसीं यूज कर सकते हो, HDD हार्ड डिस्क ड्राइव। पर बच्चे 8 GB ਜਿਹੜਾ ਬਿਲਕੁਲ ਘੱਟ ਹੋਏਗਾ ਇੱਕ ਨੋਰਮਲ यूज ऑफिस वास्ते, ਉਹਦੇ ਵਾਸਤੇ ਵੀ ਥੋੜੀ ਤੁਹਾਨੂੰ ਜ਼ਿਆਦਾ ਚਾਹੀਦੀ ਹੈ, ਤਾਂ ਇਹ ਆਪਸ਼ਨ ਤਾਂ ਕੈਂਸਲ। ਜੇ ਅੱਗੇ ਗੱਲ ਕਰੀਏ ਰਜਿਸਟਰ ਦੀ ਜੇਕਰ ਮੈਂ ਗੱਲ ਕਰਾਂ ਇੰਨਾ ਤੁਹਾਡੇ ਕੋਲ ਨਹੀਂ ਚਾਹੀਦਾ ਹੁੰਦਾ, ਤਾਂ ਇੱਕ RAM ਹੀ ਤੁਹਾਡੇ ਕੋਲ ਇਹੋ ਦੀ ਆਪਸ਼ਨ ਬਣਦੀ ਹੈ ਜਿੱਥੇ ਕਿ ਤੁਸੀਂ ਇਹਦਾ ਯੂਜ਼ कर सकते हो। तो आंसर की बनेगा 8 GB ਤੁਹਾਡੇ ਕੋਲ RAM ਜਿਹੜਾ ਹੈਗਾ ਤੁਹਾਡੇ ਕੋਲ ਆਫਿਸ ਦੇ ਲਈ ਇੱਕ ਆਨਸਰ ਬਣੇਗਾ। ਤਾਂ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਵੀ ਕਲੀਅਰ ਹੈ ਜੀ। ਨੈਕਸਟ ਕੁਐਸਚਨ ਡਿਜੀ ਲੋਕਰ ਬਾਰੇ। ਡਿਜੀ ਲੋਕਰ ਜਿਹੜਾ ਹੈਗਾ ਤੁਸੀਂ ਆਪਣੀ ਰੀਅਲ ਲਾਈਫ ਯੂਜ਼ ਕਰ ਰਹੇ ਹੋ। ਡਿਜੀ ਲੋਕਰ ਇਜ਼ ਐਨ ਐਗਜ਼ਾਮਪਲ ਆਫ ਡੈਸ਼ ਸਕੀਮ ਟੂ ਦ ਗਵਰਨਮੈਂਟ ਆਫ ਇੰਡੀਆ। ਹੁਣ ਦੇਖੋ ਡਿਜੀ ਲੋਕਰ ਇੱਕ ਟਰਮ ਹੈਗੀ ਹੈ ਜਿਹਦਾ ਕਿ ਸਾਨੂੰ ਪਤਾ ਹੋਣਾ ਚਾਹੀਦਾ, G2C G2B G2E या G2G। आ देखो G2C का मतलब है गवर्नमेंट टू सिटीजन, G2B का मीनिंग है गवर्नमेंट टू बिजनेस, और G2E का गवर्नमेंट टू एजुकेशन या गवर्नमेंट टू गवर्नमेंट।
ਆ ਜਿਹੜਾ ਹੈਗਾ ਡਿਜੀ ਲੋਕਰ ਬਾਰੇ ਤੁਹਾਨੂੰ ਪਹਿਲੇ ਪਤਾ ਹੋਣਾ ਚਾਹੀਦਾ। ਡਿਜੀ ਲੋਕਰ ਦਾ ਮਤਲਬ ਕੀ ਹੈਗਾ, ਇੰਡੀਅਨ ਗਵਰਨਮੈਂਟ ਨੇ ਇੱਕ ਇਨੀਸ਼ੀਏਟਿਵ ਲਿਆ। ਇਸ ਇਨੀਸ਼ੀਏਟਿਵ ਵਿੱਚ ਕੀ ਹੈਗਾ, ਜੇ ਇਸ ਇਨੀਸ਼ੀਏਟਿਵ ਦੀ ਜੇਕਰ ਆਪਾਂ ਗੱਲ ਕਰੀਏ ਗਾਇਸ, ਇਸ ਇਨੀਸ਼ੀਏਟਿਵ 'ਚ ਤੁਹਾਨੂੰ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ ਗਿਆ ਜਿਹਦੇ ਵਿੱਚ ਤੁਸੀਂ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਫਾਈਲਾਂ ਇਲੈਕਟ੍ਰੋਨਿਕ ਤਰੀਕੇ ਨਾਲ ਸੇਵ ਕਰ ਸਕਦੇ ਹੋ। ਜਿੱਦਾਂ ਆਪਣਾ ਫੋਟੋ ਹੋ ਗਿਆ, ਆਪਣਾ 10th ਦੇ ਮਾਰਕਸ਼ੀਟ ਹੋ ਗਏ ਨੇ, 12th ਦੇ ਮਾਰਕਸ਼ੀਟ ਹੋ ਗਏ ਨੇ, ਉੱਥੇ ਤੁਸੀਂ ਪਾ ਸਕਦੇ ਹੋ। ਤਾਂ ਉਹ ਜਿਹੜਾ ਹੈਗਾ ਗਵਰਨਮੈਂਟ ਟੂ ਸਿਟੀਜ਼ਨ ਜਿਹੜਾ ਹੈਗਾ ਇਹ ਪ੍ਰੋਵਾਈਡ ਕੀਤਾ ਗਿਆ ਹੈ। ਠੀਕ ਹੈ, ਇਹ ਗਵਰਨਮੈਂਟ ਟੂ ਸਿਟੀਜ਼ਨ, ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਗਵਰਨਮੈਂਟ ਟੂ ਸਿਟੀਜ਼ਨ ਡਿਜੀ ਲੋਕਰ ਜਿਹੜਾ ਹੈਗਾ ਸਾਰਿਆਂ ਨੂੰ ਪ੍ਰੋਵਾਈਡ ਕੀਤਾ ਗਿਆ। ਹਰ ਕੋਈ ਬੰਦਾ ਜਾ ਕੇ ਉਰੇ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਸਾਰੀ ਡਿਜੀਟਲ ਇਨਫੋਰਮੇਸ਼ਨ ਨੂੰ ਸਟੋਰ ਕਰ ਸਕਦਾ ਹੈਗਾ। ਤਾਂ ਹੋਪਫੁਲੀ ਇੰਨੀ ਗੱਲ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਈ ਹੋਣੀ ਹੈ। ਤਾਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਸਾਰੀਆਂ ਗੱਲਾਂ ਕਲੀਅਰ ਨੇ। ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਤਾਂ ਤੁਸੀਂ ਸਾਡਾ ਇਹਨਾਂ ਨੰਬਰਾਂ ਤੇ ਫੋਨ ਕਰਕੇ ਪਤਾ ਕਰ ਸਕਦੇ ਹੋ। 9117343434 9646888377 ਤੇ ਵੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ। ਠੀਕ ਹੈ, ਓਕੇ ਗਾइस, ਥੈਂਕ ਯੂ।